ਸਤਿ ਸ਼੍ਰੀ ਅਕਾਲ ਜੀ। ਮੈਂ ਮਨਜਿੰਦਰ ਸਿੰਘ, ਤੁਸੀਂ ਦੇਖ ਰਹੇ ATC ਨਿਊਜ਼। ਜਿਸ ਤਰ੍ਹਾਂ ਕਿ ਪਿਛਲੇ ਕੋਈ 5-6 ਦਿਨਾਂ ਤੋਂ ਇੱਥੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕਾਨਪੁਰ ਵਿਖੇ ਜਿਸ ਤਰ੍ਹਾਂ ਕਿ ਪੇਰੈਂਟਸ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇੱਥੇ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਸਕੂਲ ਵੱਲੋਂ ਬੱਚਿਆਂ ਤੋਂ ਖਰਚੇ ਲਏ ਜਾਂਦੇ ਨੇ, ਕੁਛ ਨਜਾਇਜ਼ ਲਏ ਜਾਂਦੇ ਨੇ। ਜਿਸ ਤਰ੍ਹਾਂ ਕਿ ਇਹਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਕੀਤੀਆਂ ਨੇ। ਪਹਿਲਾਂ ਤਾਂ ਇੱਥੇ ਤੁਹਾਡੀ ਗੱਲ ਕਰਾਉਂਦੇ ਹਾਂ, ਇੱਥੇ ਪਹੁੰਚੀ ਹੈ ਲੋਕ ਇਨਸਾਫ ਪਾਰਟੀ ਵੀ ਇਹਨਾਂ ਦੇ ਪੇਰੈਂਟਸ ਦੇ ਸਮਰਥਨ ਦੇ ਵਿੱਚ ਪਹੁੰਚੀ ਆ ਔਰ ਉਹਨਾਂ ਦੇ ਵੱਖ-ਵੱਖ ਲੀਡਰ ਵੀ ਪਹੁੰਚੇ ਨੇ। ਜਿਸ ਤਰ੍ਹਾਂ ਕਿ ਜ਼ਿਲ੍ਹਾ SBS ਨਗਰ ਤੋਂ ਪ੍ਰਧਾਨ ਸ਼੍ਰੀ ਹਰਪ੍ਰਾ ਮਹਿਲ ਸਿੰਘ ਜੀ, ਜਰਨੈਲ ਨੰਗਲ ਜੀ ਜੋ ਕਿ ਸੀਨੀਅਰ ਨੇਤਾ ਨੇ ਲੋਕ ਇਨਸਾਫ ਪਾਰਟੀ ਦੇ। ਪਹਿਲਾਂ ਤੁਹਾਡੀ ਗੱਲ ਕਰਾਉਂਦੇ ਹਾਂ ਜਰਨੈਲ ਨੰਗਲ ਜੀ ਨਾਲ ਵੀ ਇਹ ਇੱਥੇ ਜਿਸ ਤਰ੍ਹਾਂ ਕਿ ਬੱਚਿਆਂ ਦੇ ਪੇਰੈਂਟਸ ਦੇ ਸਮਰਥਨ ਲਈ ਆਏ ਨੇ, ਇਹਨਾਂ ਦਾ ਕੀ ਕਹਿਣਾ ਹੈ? ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਕਿਉਂਕਿ ਮਾਪਿਆਂ ਦੀ ਲੁੱਟ ਜਿਹੜੀ ਹੈਗੀ ਹੈ ਉਹ ਲਗਾਤਾਰ ਹੋ ਰਹੀ ਹੈ। ਹਰ ਸਕੂਲ ਜਿਹੜਾ ਹੈਗਾ, ਜਿਹੜੇ ਵੀ ਪ੍ਰਾਈਵੇਟ ਵੱਡੇ ਸਕੂਲ ਹੈ, ਖਾਸ ਕਰਕੇ ਜਿਹੜੇ ਪ੍ਰਾਈਵੇਟ CBSE, ਉਹਨਾਂ ਸਕੂਲਾਂ ਨੇ ਮਾਪਿਆਂ ਦੀ ਅੰਨ੍ਹੇਵਾਹ ਜਿਹੜੀ ਲੁੱਟ ਕੀਤੀ ਹੋਈ ਹੈ। ਇਹ ਅੰਦੋਲਨ ਲਗਭਗ ਪਿਛਲੇ ਸਵਾ ਸਾਲ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਵੱਖੋ ਵੱਖਰੀ ਜਗ੍ਹਾ 'ਤੇ ਸਾਡੇ ਸਤਿਕਾਰਯੋਗ ਵੱਡੇ ਵੀਰ ਕਮਲਜੀਤ ਸਿੰਘ ਜੀ ਜਲੰਧਰ ਤੋਂ, ਇਹਨਾਂ ਨੇ ਵੀ ਇਹ ਬੀੜਾ ਚੁੱਕਿਆ ਹੋਇਆ ਹੈ। ਸਾਡੀ ਇੱਥੇ ਪੇਰੈਂਟਸ ਐਸੋਸੀਏਸ਼ਨ ਜਿਹੜੀ ਬਣੀ ਹੋਈ ਹੈ, ਸਾਡੇ ਪ੍ਰਧਾਨ ਸਾਹਿਬ, ਸਾਡੇ ਮੀਤ ਪ੍ਰਧਾਨ ਸਾਹਿਬ, ਸਾਰੀ ਕਮੇਟੀ ਜਿਹੜੀ ਹੈਗੀ ਇੱਥੇ, ਇਹਨਾਂ ਦੇ ਪਿਛਲੇ ਅੱਜ 5ਵਾਂ ਦਿਨ ਸੀਗਾ। 5ਵੇਂ ਦਿਨ ਇਹ ਜਿਹੜਾ ਧਰਨਾ ਲਗਾਤਾਰ ਜਾਰੀ ਸੀਗਾ ਔਰ 5 ਦਿਨਾਂ ਬਾਅਦ ਅੱਜ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਇਸ ਗੱਲ ਦੀ ਯਾਦ ਆਈ ਵੀ ਜਿਹੜੇ 5 ਦਿਨਾਂ ਤੋਂ ਬਾਹਰ ਬੈਠੇ ਆ ਉਹ ਸਾਡੇ ਬੱਚਿਆਂ ਦੇ ਮਾਪੇ ਆ। ਅੱਜ ਇਹ ਮਤਲਬ ਤੁਸੀਂ ਦੇਖੋ ਵੀ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਰਵੱਈਆ ਸੀ ਮਾਪਿਆਂ ਦੇ ਨਾਲ। ਔਰ ਜਿਹੜੀਆਂ ਸਾਡੀਆਂ ਡਿਮਾਂਡਸ ਹੈ, ਉਹ ਡਿਮਾਂਡਸ ਵੀ ਕੋਈ ਇੱਦਾਂ ਨਹੀਂ ਹੈਗਾ ਵੀ ਅਸੀਂ ਕੋਈ ਜੱਗੋ ਬਾਹਰੀਆਂ ਗੱਲਾਂ ਕਰਨ ਡਏ ਹਾਂ। ਅਸੀਂ ਉਹ ਮੰਗਾਂ ਰੱਖੀਆਂ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਹੈ ਔਰ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਵੀ ਪੁੱਛਿਆ ਵੀ ਜੇ ਕੁਝ ਤੁਹਾਨੂੰ ਲੱਗਦਾ ਮੰਗ ਸਾਡੀ ਨਜਾਇਜ਼ ਹੈਗੀ ਆ ਸਾਨੂੰ ਹੁਣ ਦੱਸ ਦਿਓ। ਸਾਡੀਆਂ ਮੰਗਾਂ ਕੀ ਸੀਗੀਆਂ ਬਈ ਅਸੀਂ ਟਿਊਸ਼ਨ ਫੀਸ ਦੇਣ ਨੂੰ ਤਿਆਰ ਹੈਗੇ ਹਾਂ। ਟਿਊਸ਼ਨ ਫੀਸ ਜਿਹੜੀ ਹੈਗੀ ਆ, ਟਿਊਸ਼ਨ ਫੀਸ ਤੋਂ ਇਲਾਵਾ ਤੁਸੀਂ ਚਾਰਜਸ ਮੰਗੋ, ਤੁਸੀਂ ਐਨੂਅਲ ਚਾਰਜਸ ਮੰਗੋ। ਅਸੀਂ ਤੁਹਾਡੀ ਸਕੂਲ ਦੀ ਬਿਲਡਿੰਗ ਨਹੀਂ ਵਰਤੀ, ਤੁਹਾਡੇ ਸਕੂਲ ਦੀ ਬਿਜਲੀ ਨਹੀਂ ਵਰਤੀ, ਤੁਹਾਡੇ ਸਕੂਲ ਦਾ ਫਰਨੀਚਰ ਨਹੀਂ ਵਰਤਿਆ, ਉਹ ਤੁਹਾਡੇ ਸਕੂਲ ਦਾ ਚੌਕ ਤੱਕ ਨਹੀਂ ਅਸੀਂ ਵਰਤਿਆ, ਤਾਂ ਤੁਸੀਂ ਸਾਡੇ ਕੋਲੋਂ ਹੋਰ ਚਾਰਜਸ ਕਿੱਦਾਂ ਮੰਗ ਸਕਦੇ ਹੋ? ਔਰ ਟਿਊਸ਼ਨ ਫੀਸ ਦੇ ਵਿੱਚ ਇਹ ਐਡ ਕਰਨ ਲੱਗ ਪਏ ਵੀ ਜਿਹੜੇ ਪਹਿਲਾਂ ਚਾਰਜਸ ਅਲੱਗ ਦਿੰਦੇ ਸੀਗੇ ਉਹਨਾਂ ਨੂੰ ਐਡ ਕਰਕੇ ਟਿਊਸ਼ਨ ਫੀਸ ਇਹਨਾਂ ਨੇ ਵਧਾਤੀ। ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਟਿਊਸ਼ਨ ਫੀਸ ਜਿਹੜੀ 2 ਸਾਲ ਪਹਿਲਾਂ ਤੁਸੀਂ ਸਾਡੇ ਕੋਲੋਂ ਲੈਂਦੇ ਸੀ ਉਹ ਟਿਊਸ਼ਨ ਫੀਸ ਜਿਹੜੀ ਆ ਅਸੀਂ ਪੇ ਕਰਨ ਨੂੰ ਤਿਆਰ ਹਾਂ। ਉਸ ਤੋਂ ਇਲਾਵਾ ਅਸੀਂ ਕੋਈ ਐਕਸਟਰਾ ਚਾਰਜਸ ਜਿਹੜੇ ਆ ਉਹ ਨਹੀਂ ਦੇਣੇ। ਔਰ ਦੂਸਰੀ ਸਾਡੀ ਡਿਮਾਂਡ ਸੀਗੀ ਵੀ ਤੁਸੀਂ ਬੱਚਿਆਂ ਨੂੰ ਹਰ ਸਾਲ ਦਾਖਲਾ ਫੀਸ ਮੰਗਦੇ ਹੋ। ਹਰ ਸਾਲ ਦਾਖਲਾ ਫੀਸ ਦਾ ਮਤਲਬ ਇਹ ਨਹੀਂ ਬਣਦਾ ਜਦੋਂ ਬੱਚਾ ਇੱਕ ਕਲਾਸ ਤੋਂ ਦੂਜੀ ਕਲਾਸ 'ਚ ਹੋ ਗਿਆ, ਤੁਹਾਡੇ ਸਕੂਲ 'ਚ ਪੜ੍ਹਦਾ ਆ, ਉਹਨੇ ਸਕੂਲ ਨਹੀਂ ਚੇਂਜ ਕੀਤਾ, ਉਹਨੇ ਕਲਾਸ ਚੇਂਜ ਕੀਤੀ ਆ, ਅਤੇ ਜੇ ਸਕੂਲ ਨਹੀਂ ਚੇਂਜ ਕੀਤਾ ਤਾਂ ਹਰ ਸਾਲ ਦਾਖਲਾ ਫੀਸ ਦਾ ਕੀ ਮਤਲਬ ਰਹਿ ਗਿਆ? ਇਹ ਜਿਹੜੇ ਹਰ ਸਾਲ ਦਾਖਲਾ ਫੀਸ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲੋਂ ਤੁਸੀਂ ਬਿਲਡਿੰਗ ਫੰਡ ਮੰਗਦੇ ਹੋ, ਤੁਸੀਂ ਕੰਪਿਊਟਰ ਚਾਰਜਸ, ਲੈਬ ਦੇ ਚਾਰਜਸ, ਸਮਾਰਟ ਕਲਾਸ ਚਾਰਜਸ, ਇੱਦਾਂ ਦੇ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਤੁਸੀਂ ਸਾਡੇ ਕੋਲੋਂ ਐਕਸਟਰਾ ਚਾਰਜਸ ਵਸੂਲਦੇ ਹੋ। ਅਸੀਂ ਕੋਈ ਚਾਰਜਸ ਨਹੀਂ ਦੇਣਾ। ਇਸ ਤੋਂ ਇਲਾਵਾ ਕਿਤਾਬਾਂ ਦੇ ਵਿੱਚ ਲੁੱਟ, ਕਿਤਾਬਾਂ ਜਿਹੜੀਆਂ ਇਹ ਸਕੂਲ ਵੱਲੋਂ ਰਿਕਮੈਂਡ ਕੀਤੀਆਂ ਜਾਂਦੀਆਂ, ਸਕੂਲ ਜਿਹੜੀਆਂ ਰਿਕਮੈਂਡ ਕਰਦਾ ਕਿਤਾਬਾਂ ਉਹ ਮਿਲਦੀਆਂ ਨਹੀਂ ਬਾਹਰੋਂ ਕਿਤੇ ਮਾਰਕੀਟ ਦੇ ਵਿੱਚੋਂ। ਤੁਸੀਂ ਆਪਣੇ ਬੱਚੇ ਵਾਸਤੇ ਕਿਤੇ ਲੈਣ ਚਲ ਜਾਓ, ਅਸੀਂ ਆਪਣੇ ਬੱਚੇ ਵਾਸਤੇ ਕਿਤੇ ਲੈਣ ਚਲ ਜਾਈਏ, ਉਹ ਕਿਤਾਬਾਂ ਜਿਹੜੀਆਂ ਆਮ ਮਾਰਕੀਟ ਦੇ ਵਿੱਚੋਂ ਮਿਲਦੀਆਂ ਨਹੀਂ। ਅਤੇ ਜਿਹੜੀਆਂ ਇਹਨਾਂ ਨੇ ਦੁਕਾਨਾਂ ਰੱਖੀਆਂ ਹੋਈਆਂ, ਵੈਸੇ ਹੈਰਾਨਗੀ ਦੀ ਗੱਲ ਹੈ ਮੈਨੂੰ ਇੱਥੇ ਆ ਕੇ ਮਾਪਿਆਂ ਤੋਂ ਪਤਾ ਲੱਗਾ ਵੀ ਇਹਨਾਂ ਨੇ ਦੁਕਾਨ ਵੀ ਨਹੀਂ ਕੋਈ ਰੱਖੀ। ਸਰਕਾਰੀ ਹੁਕਮਾਂ ਦੀਆਂ ਪੂਰੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਕਾਨੂੰਨ ਨੂੰ ਛਿੱਕੇ ਟੰਗ ਕੇ ਦੁਕਾਨਾਂ ਅੰਦਰ ਖੋਲ੍ਹੀਆਂ ਹੋਈਆਂ ਆ। ਕਿਤਾਬਾਂ ਅੰਦਰੋਂ ਮਿਲਦੀਆਂ, ਵਰਦੀਆਂ ਅੰਦਰੋਂ ਮਿਲਦੀਆਂ, ਜੁੱਤੀਆਂ ਅੰਦਰੋਂ ਮਿਲਦੀਆਂ, ਔਰ ਦੂਸਰਾ ਇਹਨਾਂ ਦਾ ਹੋਰ ਜੋ ਵੀ ਅਸੈਸਰੀ ਹੈਗੀ ਆ ਉਹ ਸਾਰਾ ਕੁਝ, ਬੈਗ ਵਗੈਰਾ ਉਹ ਸਾਰਾ ਕੁਝ ਅੰਦਰੋਂ ਮਿਲਣ ਡਿਆ ਆ। ਇਹਦਾ ਮਤਲਬ ਇਹ ਆ ਵੀ ਸਕੂਲ ਜਿਹੜੇ ਹੈਗੇ ਆ, ਸਕੂਲ ਨੋਟ ਇੱਕ ਕੋਈ ਇੱਦਾਂ ਦਾ ਆਪਾਂ ਇਹਨੂੰ ਕਹਿ ਸਕਦੇ ਹਾਂ ਬਈ ਇਹ ਕੋਈ ਵਿੱਦਿਆ ਦਾ ਮੰਦਰ ਨਹੀਂ ਹੈਗਾ, ਇਹ ਇੱਕ ਮੌਲ ਬਣ ਗਏ ਹੈਗੇ ਆ। ਔਰ ਅਸੀਂ ਇਹਨਾਂ ਨੂੰ ਜਿਹੜੀਆਂ ਇਹ ਡਿਮਾਂਡਸ ਰੱਖੀਆਂ, ਇਸ ਤੋਂ ਇਲਾਵਾ ਵਰਦੀਆਂ ਦੇ ਵਿੱਚ ਜਿਹੜੀ ਲੁੱਟ ਕਰ ਰਹੇ ਆ, ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਟਾਈ, ਬੈਲਟ ਤੇ ਬੈਚ, ਇਹ 3 ਚੀਜ਼ਾਂ ਪ੍ਰੋਵਾਈਡ ਕਰਾਓ। ਸਕੂਲ ਉਹਦੇ ਜੋ ਵੀ ਵਾਜਬ ਰੇਟ ਹੈਗੇ ਆ, 100-150 ਰੁਪਈਆ ਜੋ ਵੀ ਵਾਜਬ ਹੈਗਾ ਉਹ ਲੈ ਲਓ। ਸਾਨੂੰ ਟਾਈ ਬੈਲਟ ਤੇ ਬੈਚ ਦਿਓ। ਵਰਦੀ ਦਾ ਰੰਗ ਦੱਸੋ। ਕਈ ਮਾਪੇ ਘਰ ਦੇ ਵਿੱਚ ਆਪ ਸਟਿਚਿੰਗ ਕਰਦੇ ਆ, ਕਈ ਸਾਡੀਆਂ ਭੈਣਾਂ ਘਰ ਦੇ ਵਿੱਚ ਆਪ ਸੂਟ ਸੀ ਲੈਂਦੀਆਂ ਹੈਗੀਆਂ, ਉਹ ਆਪਣੇ ਬੱਚੇ ਨੂੰ ਵੀ ਵਰਦੀ ਸੀ ਕੇ ਦੇ ਸਕਦੀਆਂ। ਕਈ ਸਾਡੇ ਭਰਾ ਹੈਗੇ ਟੇਲਰਿੰਗ ਦਾ ਕੰਮ ਕਰਦੇ ਆ, ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦਾ। ਤੁਸੀਂ ਸਾਨੂੰ ਕਿਉਂ ਮਜਬੂਰ ਕਰਦੇ ਹੋ? ਉਹ ਸਾਡੀ ਮਜਬੂਰੀ ਇਸ ਕਰਕੇ ਬਣਦੀ ਆ ਕਿ ਇਹਨਾਂ ਦਾ ਜਿਹੜਾ ਲੋਗੋ ਆ ਉਹ ਸ਼ਰਟ ਦੇ ਉੱਤੇ ਜਾਂ ਇਹਨਾਂ ਦੀ ਕੋਟੀ ਦੇ ਉੱਤੇ ਕਢਾਈ ਕੀਤਾ ਹੋਇਆ ਆ, ਅਤੇ ਉਹ ਮਜਬੂਰੀ ਆ ਸਾਡੀ ਉੱਥੋਂ ਲੈਣਾ। ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ ਵੀ ਟਾਈ ਬੈਲਟ ਬੈਚ ਇਹ ਪ੍ਰੋਵਾਈਡ ਕਰਾਉਣ। ਉਸ ਤੋਂ ਇਲਾਵਾ
ਹੋਰ ਵੀ ਸਾਡੀਆਂ ਛੋਟੀਆਂ ਜਿਹੜੀਆਂ ਡਿਮਾਂਡਸ ਹੈਗੀਆਂ, ਜਿਹੜੀਆਂ ਆਮ ਕਰਕੇ ਲੋਕਾਂ ਦੀ ਜਾਣਕਾਰੀ ਦੇ ਵਿੱਚ ਨਹੀਂ ਹੈਗੀਆਂ, ਜਿਹਦੇ ਵਿੱਚੋਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਾਸਤੇ ਜਿਹੜਾ 25% ਰਾਖਵਾਂ ਕੋਟਾ ਇਹਨਾਂ ਨੇ ਦੇਣਾ ਹੁੰਦਾ, ਵੀ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਰਹਿੰਦੇ ਆ, ਜਿਹੜੇ ਫੀਸ ਨਹੀਂ ਪੇ ਕਰ ਸਕਦੇ, ਉਹਨਾਂ ਨੂੰ ਮੁਫਤ ਦੇ ਵਿੱਚ ਪੜ੍ਹਾਈ ਦੇਣਾ ਇਹਨਾਂ ਦੀ ਜ਼ਿੰਮੇਵਾਰੀ ਆ। ਉਹਦੇ ਵਿੱਚ 1% ਵੀ ਕੋਟਾ ਇਹਨਾਂ ਨੇ ਨਹੀਂ ਭਰਿਆ ਹੈਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦਾ ਘਰ ਦੇ ਵਿੱਚ ਕਮਾਉਣ ਵਾਲਾ, ਜਿਨ੍ਹਾਂ ਦਾ ਰੱਬ ਨਾ ਕਰੇ ਕਿਸੇ ਦੇ ਘਰ ਦੇ ਵਿੱਚ ਕਮਾਉਣ ਵਾਲੇ ਦਾ ਕੋਈ ਮੌਤ ਹੋ ਜਾਂਦੀ ਆ, ਉਹਨਾਂ ਦੇ ਇਨਕਮ ਦਾ ਸੋਰਸ ਜਿਹੜਾ ਉਹ ਬੰਦ ਹੋ ਜਾਂਦਾ, ਤੇ ਇਸ ਸਕੂਲਾਂ ਨੂੰ ਇਹ ਹਦਾਇਤ ਹੈਗੀ ਆ ਕਿ ਉਹ ਬੱਚਿਆਂ ਨੂੰ ਇਹ ਜਿੰਨੀ ਦੇਰ ਤੱਕ ਸਕੂਲ ਦੀਆਂ ਕਲਾਸਾਂ ਚੱਲਦੀਆਂ ਉਨੀ ਦੇਰ ਤੱਕ ਇਹ ਮੁਫਤ ਪੜ੍ਹਾਉਣਗੇ। ਤਾਂ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਅਸੀਂ ਇਹਨਾਂ ਮੂਹਰੇ ਰੱਖੀਆਂ। 2 ਦਿਨ ਦਾ ਸਮਾਂ ਲਿਆ ਹੈਗਾ, 2 ਦਿਨ ਦੇ ਬਾਅਦ ਵੀਰਵਾਰ ਤੱਕ ਅਗਰ ਇਹਨਾਂ ਨੇ ਪੋਜ਼ਿਟਿਵ ਕੋਈ ਰਿਸਪੌਂਸ ਦਿੱਤਾ ਠੀਕ ਆ, ਨਹੀਂ ਤਾਂ ਸ਼ੁੱਕਰਵਾਰ ਨੂੰ ਜਿਹੜਾ ਅਸੀਂ ਇੱਕ ਵੱਡਾ ਅੰਦੋਲਨ ਕਰਾਂਗੇ। ਬਹੁਤ ਧੰਨਵਾਦ ਜਰਨੈਲ ਨੰਗਲ ਜੀ। ਇੱਥੇ ਮੌਜੂਦ ਨੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਪ੍ਰਭ ਮਹਿਲ ਸਿੰਘ ਜੀ। ਇਹਨਾਂ ਨਾਲ ਵੀ ਗੱਲ ਕਰਦੇ ਹਾਂ ਬਈ ਜਿੱਦਾਂ ਹਰਪ੍ਰਭ ਮਹਿਲ ਸਿੰਘ ਜੀ, ਜਰਨੈਲ ਨੰਗਲ ਜੀ ਨੇ ਦੱਸਿਆ ਬਈ ਇਹ ਜਿਹੜੀਆਂ ਸਰਕਾਰੀ ਹਦਾਇਤਾਂ ਦੀ ਵੀ ਪੂਰੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਕੀ ਜਿਸ ਤਰ੍ਹਾਂ ਤੁਸੀਂ ਆਪਣੀ ਪਾਰਟੀ ਵੱਲੋਂ ਇੱਥੇ ਪੇਰੈਂਟਸ ਦਾ ਸਮਰਥਨ ਕਰਨ ਆਏ ਹੋ, ਤੇ ਕੀ ਤੁਸੀਂ ਕੁਝ ਸਰਕਾਰੀ ਤੌਰ ਤੇ ਵੀ ਜਿਸ ਤਰ੍ਹਾਂ ਸਰਕਾਰੀ ਨੁਮਾਇੰਦੇ ਨੇ, ਡੀਓ ਨੇ ਜਾਂ ਹੋਰ ਅਧਿਕਾਰੀ ਨੇ, ਉਹਨਾਂ ਨੂੰ ਵੀ ਇਹਦੇ ਬਾਰੇ ਕੋਈ ਤੁਸੀਂ ਅਗਾਹ ਕੀਤਾ ਜਾਂ ਸ਼ਿਕਾਇਤ ਕੀਤੀ ਜੀ? ਦੇਖੋ ਅਜੇ ਤੱਕ ਡੀਓ ਵਗੈਰਾ ਨੂੰ ਨਹੀਂ ਕੀਤਾ, ਕਮੇਟੀ ਨੇ ਕੀਤਾ ਹੋਊਗਾ, ਏਡੀਸੀ ਸਾਹਿਬ ਨੂੰ ਮਿਲੇ, ਕਮੇਟੀ ਨੇ ਕੀਤਾ, ਕਿਉਂਕਿ ਮੈਨੂੰ ਅੱਜ ਹੀ ਪਤਾ ਲੱਗਿਆ ਸੀ ਵੀ ਇਸ ਤਾਂ ਮੁਸ਼ਕਿਲ ਹੈਗੀ ਹੈ, ਅਤੇ ਅਸੀਂ ਉਸੇ ਵੇਲੇ ਹੀ ਇਹਨਾਂ ਦੇ ਵਨ ਵੈਸੇ ਜਦੋਂ ਇਹ ਪਹੁੰਚੇ ਇੱਥੇ ਅੱਜ ਸਾਨੂੰ ਸਾਰੀ ਮੁਸ਼ਕਿਲ ਦਾ ਅਤੇ ਬੱਚਿਆਂ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਸਕੂਲ ਨੂੰ ਆਪਾਂ ਜਿਹੜੀਆਂ ਅੱਜ ਮੰਗ ਪੱਤਰ ਦੇ ਦਿੱਤਾ ਗਿਆ। ਅੱਜ ਮੰਗ ਪੱਤਰ ਦੇ ਵਿੱਚ ਬਿਲਕੁਲ ਵਾਜਬ ਜਿਹੜੀਆਂ ਮੰਗਾਂ ਨੇ ਉਹੀ ਨੇ, ਕੋਈ ਅਲੋਕਾਰੀਆਂ ਮੰਗਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਅਲੱਗ ਤੌਰ 'ਤੇ ਮੰਗ ਲਈਆਂ। ਅਸਲ ਕੀ ਹੈ, ਜਿਹੜੇ ਸਕੂਲ ਹੈ, ਸਕੂਲ ਵਿੱਦਿਆ ਮੰਦਰ ਦੀ ਥਾਂ ਇੱਕ ਵਪਾਰਕ ਜਿਹੜੇ ਕੇਂਦਰ ਬਣ ਗਏ ਅਤੇ ਵਪਾਰਕ ਕੇਂਦਰ ਅਸੀਂ ਕਹਿੰਦੇ ਠੀਕ ਆ, ਤੁਸੀਂ ਵੀ ਕਮਾਉਣਾ ਆ, ਆਪਣੇ ਬੱਚਿਆਂ ਨੂੰ ਵੀ ਦੇਣਾ ਆ, ਰੋਟੀ ਵੀ ਦੇਣੀ ਸਭ, ਪਰ ਇਹ ਨਾ ਕੰਮ ਕਰੋ ਵੀ ਤੁਸੀਂ ਕਹਿੰਦੇ ਹੁੰਦੇ ਆ ਇੱਕ 5-4 ਸਾਲਾਂ ਦੇ ਵਿੱਚ ਇੱਕ ਸਕੂਲ ਹੋਰ ਖੜ੍ਹਾ ਹੋ ਜਾਂਦਾ ਨਾਲ ਇਹਨਾਂ ਦੀ ਇੰਨੀ ਜ਼ਿਆਦਾ ਲੁੱਟ। ਉਸ ਲੁੱਟ ਦੇ ਕਾਰਨ ਕੀ ਹੁੰਦਾ ਆ, ਜਿਹੜੇ ਗਰੀਬ ਮਾਪੇ ਹੁੰਦੇ ਆ, ਜਿਹੜੇ ਉਹਨਾਂ ਦੇ ਗਰੀਬ ਬੱਚੇ ਆ, ਉਹ ਕਿੱਥੇ ਜਾਣ, ਉਹ ਕਿਵੇਂ ਪੜ੍ਹਾਈ ਕਰਨਗੇ ਆਪਣੇ ਬੱਚਿਆਂ ਦੀ? ਕਈਆਂ ਬੱਚਿਆਂ ਦੇ ਮਾਂ-ਬਾਪ ਦੀਆਂ ਬੱਚਿਆਂ ਦੀਆਂ ਆਸਾਂ ਮਨ ਵਿੱਚ ਹੀ ਰਹਿ ਜਾਂਦੀਆਂ ਵੀ ਮੈਂ ਕੁਝ ਜ਼ਿੰਦਗੀ 'ਚ ਬਣਨਾ ਸੀ ਪਰ ਬਣ ਨਹੀਂ ਸਕਿਆ। ਉਹਦਾ ਕਾਰਨ ਇਹੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਜਿਹੜੇ ਸਾਡੇ ਸਰਕਾਰੀ ਸਕੂਲ ਆ ਉਹ ਤਾਂ ਤਹਿਸ ਨਹਿਸ ਕਰ ਦਿੱਤੇ। ਸਾਡੀ ਐਜੂਕੇਸ਼ਨ ਸਿਸਟਮ ਜਿਹੜਾ ਖਤਮ ਕਰਤਾ ਉਹਨਾਂ ਨੇ ਬਿਲਕੁਲ। ਇਸ ਵੇਲੇ ਜਿਹੜਾ ਮਤਲਬ ਸਰਕਾਰੀ ਸਕੂਲ ਦੇ ਵਿੱਚ ਬੱਚਾ ਪਾਉਣ ਤੋਂ ਅਸੀਂ ਡਰਦੇ ਹਾਂ, ਜੇ ਉੱਥੇ ਬੱਚਾ ਪਾਵਾਂਗੇ ਤਾਂ ਸਾਡਾ ਬੱਚਾ ਨਲਾਇਕ ਬਿਲਕੁਲ ਫੇਲੀਅਰ ਹੋ ਜਾਣਾ। ਇਸ ਕਰਕੇ ਅਸੀਂ ਪ੍ਰਾਈਵੇਟ ਸਕੂਲ ਵਾਲੇ ਪਾਸੇ ਆਉਣਾ, ਅਤੇ ਇਸ ਚੀਜ਼ ਦਾ ਜਿਹੜਾ ਨਜਾਇਜ਼ ਫਾਇਦਾ ਪ੍ਰਾਈਵੇਟ ਸਕੂਲ ਉਠਾਉਂਦੇ ਆ। ਅਤੇ ਮੈਂ ਵੀ ਇਹ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਕਰਦਾ ਵੀ ਤੁਸੀਂ, ਕਿਉਂਕਿ ਤੁਹਾਡੇ ਬਹੁਤ ਵੱਡਾ ਤੁਹਾਡਾ ਅਦਾਰਾ ਇੱਥੇ ਵੀ ਹੈਗਾ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤੁਹਾਡੇ ਬਹੁਤ, ਤੁਸੀਂ ਕਰੋੜਾਂ ਰੁਪਈਆਂ ਦੇ ਕਦੇ ਕਬੱਡੀ ਕੱਪ ਕਰਾਉਂਦੇ ਹੋ, ਕਦੇ ਕੋਈ ਹੋਰ ਐਕਟੀਵਿਟੀ ਕਰਾਉਂਦੇ ਹੋ ਸਮਾਜ ਸੇਵਾ ਦੀਆਂ। ਤੁਸੀਂ ਉਹ ਸਮਾਜ ਸੇਵਾ ਨੂੰ ਛੱਡ ਕੇ ਪਹਿਲਾਂ ਜਿਹੜੇ ਸਕੂਲ ਹੈ, ਸਕੂਲਾਂ ਦੇ ਵਿੱਚ ਹੀ ਆਪਣੀ ਸੇਵਾ ਕਰ ਲਓ, ਜਿਹੜੀ ਤੁਹਾਡੀ ਸੇਵਾ ਜਿਹੜੀ ਪ੍ਰਵਾਨ ਹੋ ਜਾਵੇ, ਜਿਹੜੇ ਗਰੀਬ ਬੱਚੇ ਆ ਉਹ ਪੜ੍ਹ ਲਿਖ ਕੇ ਕੋਈ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਇਹ ਤੇ ਕੀ ਤੁਹਾਡੀ ਜਿਸ ਤਰ੍ਹਾਂ ਸਕੂਲ ਪ੍ਰਸ਼ਾਸਨ ਨਾਲ, ਪ੍ਰਿੰਸੀਪਲ ਸਾਹਿਬਾਨ ਨਾਲ ਵੀ ਗੱਲ ਹੋਈ ਹੈ, ਕਿਸ ਤਰ੍ਹਾਂ ਦਾ ਆਸ਼ਵਾਸਨ ਮਿਲਿਆ ਤੁਹਾਨੂੰ? ਵੈਸੇ ਬਹੁਤ ਵਧੀਆ ਡੀਲ ਕੀਤਾ ਪ੍ਰਿੰਸੀਪਲ ਸਾਹਿਬ ਨੇ ਆ ਕੇ, ਉਹਨਾਂ ਦੇ ਨਾਲ ਉਹਨਾਂ ਨੇ, ਅਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਹੋਇਆ। ਅਸੀਂ ਪੂਰੇ ਸਾਰੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਇਕੱਤਰ ਹੋ ਕੇ ਅਸੀਂ 2 ਦਿਨ ਦੇ ਵਿੱਚ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੋਏਗੀ ਉਹ ਦੁਬਾਰਾ ਬੈਠ ਲਾਂਗੇ। ਕਿਹੜੀ ਗੱਲ ਹੈ, ਉਹ ਬੈਠ ਕੇ ਦੇਖੋ, ਥੋੜ੍ਹਾ ਬਹੁਤਾ 19-21 ਹੋ ਸਕਦਾ, ਕੋਈ ਗੱਲ ਨਹੀਂ ਹੈਗੀ ਜੇ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਕਿਉਂਕਿ ਸਕੂਲ ਤਾਂ ਸਭ ਦਾ ਸਾਂਝਾ ਹੁੰਦਾ, ਠੀਕ ਹੈ। ਇਸ ਕਰਕੇ ਜਿਹੜੇ ਇੱਥੇ ਦੇ ਬੱਚੇ ਪੜ੍ਹ ਲਿਖ ਕੇ ਕੁਛ ਜ਼ਿੰਦਗੀ ਤਰੱਕੀ ਕਰਨਗੇ ਅਤੇ ਸਕੂਲ ਦਾ ਵੀ ਨਾਮ ਹੋਏਗਾ। ਜੇ ਅੱਜ ਇੱਥੇ ਇੱਕ ਬੱਚਾ ਪੜ੍ਹਦਾ ਤਾਂ ਕੱਲ੍ਹ ਨੂੰ 2 ਬੱਚੇ ਉਹ ਹੋਰ ਵੀ ਇਸ ਸਕੂਲ ਵਿੱਚ ਆਉਣਗੇ ਵੀ ਉਸ ਸਕੂਲ ਦਾ ਜਿਹੜਾ ਪੜ੍ਹਾਈ ਬਹੁਤ ਵਧੀਆ, ਸਟੱਡੀ ਬਹੁਤ ਵਧੀਆ ਹੈਗੀ ਹੈ। ਇਸ ਕਰਕੇ ਜਿੱਥੇ ਮਤਲਬ ਮਾਂ ਬਾਪ ਨੂੰ ਫਾਇਦਾ ਹੋਣਾ, ਉਹਦੇ ਸਕੂਲ ਨੂੰ ਵੀ ਉਹਦਾ ਬੈਨੀਫਿਟ ਮਿਲਦਾ ਜੇ ਆਪਾਂ ਬਿਲਕੁਲ ਵਾਜਬ ਫੀਸਾਂ ਲੈ ਕੇ ਬੱਚਿਆਂ ਨੂੰ ਪੜ੍ਹਾਈਏ। ਅਤੇ ਇੱਕ ਕਹਿੰਦੇ ਹੁੰਦੇ ਆ ਵਿੱਦਿਆ ਦੇ ਕੇਂਦਰ ਦੇ ਵਿੱਚ ਸਭ ਤੋਂ ਵੱਡੀ ਸੇਵਾ ਜਿਹੜੀ ਇਹੀ ਵਿੱਦਿਆ ਹੀ ਹੈਗੀ ਆ। ਜਿਸ ਤਰ੍ਹਾਂ ਪ੍ਰਧਾਨ ਜੀ ਗੱਲ ਕਰੀਏ, ਜਿਸ ਤਰ੍ਹਾਂ ਜਰਨੈਲ ਨੰਗਲ ਜੀ ਨੇ ਵੀ ਦੱਸਿਆ ਕਿ 2 ਦਿਨ ਦਾ ਟਾਈਮ ਦਿੱਤਾ ਗਿਆ, ਜੇ 2 ਦਿਨ ਦੇ ਬਾਅਦ ਕੋਈ ਮੰਗਾਂ ਤੁਹਾਡੀਆਂ ਜਾਂ ਜੋ ਵੀ ਮੰਗ ਪੱਤਰ ਤੁਸੀਂ ਦਿੱਤਾ ਹੈ, ਜੋ ਵੀ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਉਹ ਤੇ ਪੂਰੇ ਨਹੀਂ ਉਤਰਦੇ, ਤੇ ਫਿਰ ਅਗਲਾ ਕੀ ਕਦਮ ਹੋਏਗਾ ਤੁਹਾਡਾ? ਦੇਖੋ, ਇਸ ਤੋਂ ਬਾਅਦ ਅਸੀਂ SDM ਸਾਹਿਬ ਨੂੰ ਬਕਾਇਦਾ ਤੌਰ ਦੇ ਉੱਤੇ ਮਿਲ ਕੇ ਸਾਰੀ ਜੋ ਵੀ ਉਹਨਾਂ ਨੂੰ ਦੱਸਾਂਗੇ ਸਾਰੀ, ਜੇ ਉਹਨਾਂ ਨੇ ਸਾਡੇ ਇੱਕ ਅੱਧੇ ਦਿਨ ਸਾਡੀ ਮੁਸ਼ਕਿਲ ਹੱਲ ਕਰਾਤੀ ਅਤੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਸਾਡਾ ਅੰਦੋਲਨ ਹੈ ਉਹ ਵੱਡੇ ਪੱਧਰ 'ਤੇ ਸਟਾਰਟ ਕਰਾਂਗੇ।
ਪ੍ਰਧਾਨ ਜੀ, ਜਿਸ ਤਰ੍ਹਾਂ ਕਿ ਇਹ ਤਾਂ ਗੱਲ ਹੋਈ ਵੀ ਜਿਸ ਤਰ੍ਹਾਂ ਅਸੀਂ ਇਸ ਵੇਲੇ ਮੁਕੰਦਪੁਰ ਪਹੁੰਚੇ ਹਾਂ, ਤੁਸੀਂ ਇੱਥੇ ਇਹਨਾਂ ਦਾ ਪੇਰੈਂਟਸ ਦਾ ਸਾਥ ਦੇਣ ਲਈ ਆਏ ਹੋ ਔਰ ਉਚੇਚਾ ਟਾਈਮ ਕੱਢ ਕੇ ਆਏ ਹੋ। ਤੇ ਜੇ ਆਪਾਂ ਥੋੜੀ ਰਾਜਨੀਤੀ ਦੀ ਵੀ ਗੱਲ ਕਰੀਏ, ਜਿਸ ਤਰ੍ਹਾਂ ਕਿ ਤੁਸੀਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹੋ, ਜਿਸ ਤਰ੍ਹਾਂ ਕਿ ਤੁਹਾਡੇ ਨਾਲ ਜਨੈਲ ਨੰਗਲ ਜੀ ਵੀ ਆਏ ਨੇ, ਬਾਕੀ ਵੀ ਜਿੱਦਾਂ ਪਤਾ ਲੱਗਾ ਵੀ ਸੀਨੀਅਰ ਨੇਤਾ ਔਰ ਤੁਹਾਡੇ ਹੋਰ ਵੀ ਪਾਰਟੀ ਦੇ ਵਰਕਰ ਸਾਹਿਬਾਨ ਵੀ ਪਹੁੰਚੇ ਹੋਏ ਨੇ। ਤੇ ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ, ਜਿਸ ਤਰ੍ਹਾਂ ਕਿ ਰਾਜਨੀਤੀ ਦੇ ਵੀ ਮਾਹੌਲ ਥੋੜਾ ਗਰਮਾ ਗਿਆ, ਜਿਸ ਤਰ੍ਹਾਂ 2022 ਦੀਆਂ ਇਲੈਕਸ਼ਨ ਵੀ ਬਹੁਤ ਨਜ਼ਦੀਕ ਆ ਗਈਆਂ ਨੇ। ਤੇ ਪਹਿਲਾਂ ਜੇ ਗੱਲ ਕਰੀਏ, ਜਿੱਦਾਂ ਬੜਾ ਵੱਡੀ ਚਰਚਾ ਚੱਲ ਰਹੀ ਸੀ, ਜਿਸ ਤਰ੍ਹਾਂ ਕਿ ਇੱਕ ਨਵਜੋਤ ਸਿੰਘ ਸਿੱਧੂ ਦੀ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਕਦੀ ਕਹਿ ਰਹੇ ਸੀ ਉਹ ਪਾਰਟੀ ਛੱਡ ਕੇ ਜਾ ਰਿਹਾ, ਕਦੀ ਕਹਿ ਰਹੇ ਸੀ ਉਹਨੂੰ ਪ੍ਰਧਾਨ ਬਣਾਇਆ ਜਾ ਰਿਹਾ, ਕਦੀ ਕਹਿ ਰਹੇ ਸੀ ਕੁਝ ਹੋ ਰਿਹਾ ਹੈ। ਉਸ ਨੂੰ ਵਿਰਾਮ ਲੱਗਦੇ ਹੋਏ ਉਹਨੂੰ ਆਪਣਾ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਉਹਦੇ ਬਾਰੇ ਕੁਝ ਕਹੋਗੇ ਜੀ? ਵੇਖੋ, ਮੈਂ ਤਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ, ਜਿਹੜੇ ਸਿੱਧੂ ਹੈ, ਸਿੱਧੂ ਨੂੰ ਲੋਕ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਸਕਦੇ ਹਾਂ ਇੱਕ ਇਮਾਨਦਾਰੀ ਦੇ ਤੌਰ ਦੇ ਉੱਤੇ ਬਹੁਤ ਵਧੀਆ ਨਜ਼ਰ ਨਾਲ ਦੇਖਦੇ ਸੀ ਵੀ ਇਹ ਤੀਸਰੀ ਧਿਰ ਕੋ ਲੈ ਕੇ ਅੱਗੇ ਆਏਗਾ, ਜਿਹਦੇ ਨਾਲ ਜਿਹੜੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਕਰਕੇ ਕੋਈ ਇੱਕ ਨਵੇਂ ਲੋਕਾਂ ਦਾ, ਜਿਹੜੇ ਚੰਗੇ ਲੋਕਾਂ ਦਾ ਇੱਕ ਇਕੱਠ ਕਰਕੇ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਕੇ ਇੱਕ ਨਵੇਂ ਲੋਕਾਂ ਦਾ ਸਹਿਯੋਗ ਕਰਕੇ ਇੱਕ ਪੰਜਾਬ ਨੂੰ ਕਹਿ ਸਕਦੇ ਹਾਂ ਪੰਜਾਬ ਨੂੰ ਬਹੁਤ ਵਧੀਆ ਜਿਹੜਾ ਆ ਤੰਤਰ ਦਿੱਤਾ ਜਾਏਗਾ, ਬਹੁਤ ਵਧੀਆ ਜਿਹੜਾ ਐਡਮਿਨਿਸਟ੍ਰੇਸ਼ਨ ਦਿੱਤੀ ਜਾਊਗੀ। ਪਰ ਉਹ ਉਲਟ ਕੀ ਹੋਇਆ ਕਿ ਸਿਰਫ ਸਾਡੀ ਲੜਾਈ ਤਾਂ ਇੱਥੋਂ ਤੱਕ ਹੀ ਰਹਿ ਗਈ। ਕੈਪਟਨ ਸਾਹਿਬ ਕਹਿੰਦੇ ਸੀ ਮੈਂ ਪ੍ਰਧਾਨ ਬਣ ਨਹੀਂ ਦੇਣਾ, ਉਹ ਕਹਿੰਦੇ ਮੈਂ ਪ੍ਰਧਾਨ ਬਣਨਾ ਆ, ਤੇ ਉਹ ਪ੍ਰਧਾਨ ਮਤਲਬ ਬਣ ਕੇ ਅੱਜ ਕੀ ਹੋਇਆ? ਅੱਜ ਪ੍ਰਧਾਨ ਬਣ ਕੇ ਕੀ ਖੱਟਿਆ? ਮੇਰਾ ਖਿਆਲ ਹੈ ਫੇਸਬੁੱਕ 'ਤੇ ਸਿੱਧੂ ਸਾਹਿਬ ਆਪਣੇ ਦੇਖ ਲੈਣਾ ਵੀ ਲੋਕੀ ਕਿੰਨੀਆਂ ਗਾਲਾਂ ਕੱਢ ਰਹੇ ਆ ਵੀ ਤੈਨੂੰ ਅਸੀਂ ਇੱਕ ਇਮਾਨਦਾਰ ਤੈਨੂੰ ਲੀਡਰ ਸਮਝਦੇ ਸੀ, ਵੀ ਤੂੰ ਸਾਨੂੰ ਇੱਕ ਤੀਜੀ ਧਿਰ ਇੱਕ ਚੰਗੇ ਲੋਕਾਂ ਦੀ ਜਿਹੜੀ ਪਾਰਟੀ ਦੇਂਗਾ। ਲੋਕ ਤੈਨੂੰ ਸਿਰ ਤੇ ਚੱਕਣਾ ਚਾਹੁੰਦੇ ਸੀ, ਪਰ ਤੂੰ ਉਹਨਾਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੇ 74 ਸਾਲ ਦੀ ਉਮਰ ਤੱਕ 74 ਸਾਲ ਤੱਕ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ, ਤੇ ਇੱਥੋਂ ਤੱਕ ਕਿ ਹਰ ਸਿਸਟਮ, ਚਾਹੇ ਉਹ ਕੇਬਲ ਮਾਫੀਆ ਹੋ ਗਿਆ, ਚਾਹੇ ਰੇਤ ਮਾਫੀਆ ਹੋ ਗਿਆ, ਚਾਹੇ ਐਜੂਕੇਸ਼ਨ ਮਾਫੀਆ ਹੋ ਗਿਆ, ਚਾਹੇ ਕੋਈ ਵੀ ਹੋਰ ਜਿਹੜਾ ਮਾਫੀਆ ਜਾਂ ਟਰਾਂਸਪੋਰਟ ਮਾਫੀਆ ਹੋ ਗਿਆ, ਸਾਰਾ ਇਹਨਾਂ ਨੇ ਖਾ ਲਿਆ, ਪੰਜਾਬ ਨੂੰ ਖਤਮ ਕਰਤਾ। ਤੇ ਖਤਮ ਕਰਨ ਤੋਂ ਬਾਅਦ ਮੈਂ ਇਹ ਹੈਰਾਨ ਹਾਂ ਵੀ ਅੱਜ ਫੇਰ ਜੇ ਇੰਨੇ ਇਮਾਨਦਾਰ ਸੀ ਨਾ ਸਿੱਧੂ ਸਾਹਿਬ, ਇਹ ਇਲੈਕਟ੍ਰਿਸਿਟੀ ਬੋਰਡ ਦਾ ਜਿਹੜਾ ਮਹਿਕਮਾ ਇਹਨੂੰ ਦਿੱਤਾ ਸੀ ਇਹ ਲੈਂਦੇ, ਕਿਉਂਕਿ ਉਹ ਮਹਿਕਮਾ ਘਾਟੇ ਜਾਂਦਾ ਸੀ। ਉਹ ਲੋਕਾਂ ਦੀਆਂ ਮੁਸ਼ਕਿਲਾਂ ਬਹੁਤ ਸੀ, ਬਿਜਲੀ ਦੇ ਕੱਟ ਬਹੁਤ ਲੱਗਦੇ ਸੀ, ਉਸ ਤੋਂ ਬਾਅਦ ਲੋਕਾਂ ਨੂੰ ਜਿਹੜੀ ਬਿਜਲੀ ਬਹੁਤ ਮਹਿੰਗੀ ਮਿਲਦੀ ਸੀ। ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਸਮਝੌਤਾ ਕੀਤਾ ਸੀ ਉਹਨਾਂ ਬਿਜਲੀ ਕੰਪਨੀਆਂ ਦੇ ਨਾਲ, ਜਿਸ ਕੰਪਨੀਆਂ ਦੇ ਸਮਝੌਤੇ ਕਰਕੇ ਅੱਜ ਸਾਨੂੰ ਇੰਨੀ ਮਹਿੰਗੀ ਬਿਜਲੀ ਮਿਲ ਰਹੀ ਹੈ, ਉਹ ਸਮਝੌਤਾ ਜਿਹੜਾ ਜੇ ਉਹ ਇਹ ਬਿਜਲੀ ਉਸ ਇਲੈਕਟ੍ਰਿਸਿਟੀ ਬੋਰਡ ਦਾ ਮਿਨਿਸਟਰ ਬਣ ਕੇ ਜੇ ਕਿਤੇ ਉਹਨੂੰ ਉਹ ਇਹ ਸਮਝੌਤੇ ਤੋੜ ਦਿੰਦਾ ਅਤੇ ਲੋਕਾਂ ਨੂੰ ਸਸਤੀ ਤੇ ਵਧੀਆ ਤੇ ਬਗੈਰ ਕੱਟਾਂ ਤੋਂ ਬਿਜਲੀ ਮਿਲਦੀ, ਤੇ ਇੱਕ ਫਿਰ ਸ਼ਾਇਦ ਲੋਕ ਕਹਿੰਦੇ ਵੀ ਇਹਨੇ ਭਾਈ ਆਹ ਜਿਹੜਾ ਮਹਿਕਮਾ ਸੀ ਇਹਨੂੰ ਬਿਜਲੀ ਮਹਿਕਮੇ 'ਚ ਭੇਜ ਦਿੱਤਾ, ਇਹਨੇ ਇਸ ਮਹਿਕਮੇ ਦਾ ਸੁਧਾਰ ਕਰ ਦਿੱਤਾ ਤੇ ਹੁਣ ਪੰਜਾਬ ਦਾ ਸੁਧਾਰ ਕਰੂਗਾ। ਪਰ ਇਹਨਾਂ ਨੇ ਤਾਂ ਸੁਧਾਰ ਆਪਣਾ ਹੀ ਕੀਤਾ ਆ, ਇਹਨਾਂ ਨੇ ਕਿਸੇ ਦਾ ਕੋਈ ਸੁਧਾਰ ਨਹੀਂ ਕੀਤਾ। ਨਾ ਇਹਨਾਂ ਨੇ ਇਹ ਕਦੇ, ਤੁਸੀਂ ਦੇਖੋ ਕਦੇ ਬੰਦਾ ਕਦੇ ਦਰੀਆਂ 'ਤੇ ਤੁਹਾਨੂੰ ਕਦੇ ਬੈਠਾ ਨਜ਼ਰ ਆਊਗਾ ਕਿਸੇ ਪੰਜਾਬ ਦੇ ਵਿੱਚ, ਕਿਸੇ ਮੁਲਾਜ਼ਮ ਜਥੇਬੰਦੀ ਨਾਲ, ਕਿਸੇ ਪੇਰੈਂਟ ਜਥੇਬੰਦੀ ਨਾਲ, ਜਾਂ ਕਿਸੇ ਹੋਰ ਨਾਲ ਕਿਤੇ ਵੀ ਖੜਾ ਕਦੇ ਦਿਖਾਈ ਦਿੱਤਾ ਹੋਊਗਾ ਤੁਹਾਨੂੰ। ਸਿਰਫ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਇਹ ਆਪਣੇ ਨਾਅਰੇ ਲਾਈ ਜਾਂਦੇ ਆ। ਉਹ ਨਾਅਰੇ ਸਦਕਾ ਇਹ ਪੰਜਾਬ ਨੂੰ ਚਾਹੁੰਦੇ ਆ ਦੁਬਾਰਾ ਫੇਰ ਲੁੱਟਣਾ ਤੇ ਕੁੱਟਣਾ। ਪਰ ਲੋਕ ਬੜੇ ਸਿਆਣੇ ਆ ਲੋਕ, ਇਹਨਾਂ ਮੈਨੂੰ ਇਉਂ ਲੱਗਦਾ ਵੀ ਸਿੱਧੂ ਸਾਹਿਬ ਦੀ ਜਿੰਨੀ ਚੜ੍ਹਾਈ ਹੋਣੀ ਸੀ ਹੋ ਗਈ, ਹੁਣ ਉਤਰਾਈ ਆ। ਹੁਣ ਤਾਂ ਕਹਿੰਦੇ ਹੁੰਦੇ ਆ ਪੌੜੀਆਂ ਥੱਲੇ ਨੂੰ ਉਤਰਨ ਵਾਲਾ ਕੰਮ ਇਹਦਾ ਆ ਗਿਆ। ਇਹਦੇ ਇਸ ਕਰਕੇ ਮੈਂ ਤਾਂ ਅਜੇ ਵੀ ਸਿੱਧੂ ਸਾਹਿਬ ਨੂੰ ਕਹੂੰਗਾ ਭਰਾਵਾ ਪ੍ਰਧਾਨਗੀਆਂ ਛੱਡ ਕੇ ਜੇ ਤੂੰ ਇਹ ਛੱਡ ਕੇ ਕੋਈ ਚੰਗੀ ਪਾਰਟੀ ਦੇ ਵਿੱਚ ਕਦੇ ਜਿਹੜੀਆਂ ਨਵੀਆਂ ਪਾਰਟੀ ਕੋਈ ਚੰਗੇ ਲੋਕ ਇਕੱਠੇ ਹੁੰਦੇ ਆ ਤੇ ਵਧੀਆ ਗੱਲ ਹੈ, ਨਹੀਂ ਤਾਂ ਭਾਈ ਤੇਰਾ ਵੀ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਹੈ। ਪ੍ਰਧਾਨ ਜੀ, ਜਿਸ ਤਰ੍ਹਾਂ ਇੱਕ ਆਖਰੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਂ ਸਿੱਧੂ ਨੂੰ ਕਹੂੰਗਾ ਵੀ ਉਹ ਕਿਸੇ ਚੰਗੀ ਪਾਰਟੀ ਦੇ ਵਿੱਚ ਆ ਜਾਵੇ ਜਾਂ ਕਿਸੇ ਨਵੀਂ ਪਾਰਟੀ ਦੇ ਵਿੱਚ ਆ ਜਾਵੇ, ਕੀ ਤੁਸੀਂ ਚਾਹੁੰਦੇ ਹੋ ਵੀ ਉਹ ਤੁਹਾਡੀ ਪਾਰਟੀ 'ਚ ਆ ਜਾਵੇ? ਵੇਖੋ, ਭਾਵੇਂ ਅਸੀਂ ਕਹਿੰਦੇ ਲੋਕ ਇਨਸਾਫ ਪਾਰਟੀ ਹੈ, ਅਸੀਂ ਨਹੀਂ ਕਹਿੰਦੇ ਲੋਕ ਇਨਸਾਫ ਪਾਰਟੀ ਹੈ, ਚਾਹੇ ਹੋਰ ਵੀ ਚੰਗੇ ਬੰਦੇ, ਹਰ ਸੁੱਚਾ ਸਿੰਘ ਦੀ ਲੋਕੀ ਗੱਲ ਕਰਦੇ ਆ, ਲੋਕ ਗਾਂਧੀ ਸਾਹਿਬ ਦੀ ਗੱਲ ਕਰਦੇ ਆ, ਲੋਕ ਚੰਗੇ ਬੰਦਿਆਂ ਦੀ ਗੱਲ ਕਰਦੇ, ਚੰਗੇ ਲੋਕਾਂ ਦੀ ਗੱਲ ਕਰਦੇ, ਇਹ ਸਾਰੇ ਜਾਣੇ ਰਲ ਕੇ। ਕਿਉਂਕਿ ਜਿੰਨੇ ਚਿਰ ਤੱਕ ਸਾਰੇ ਰਲਦੇ ਨਹੀਂ, ਇਹ ਜਿਹੜੀਆਂ ਪਾਰਟੀਆਂ ਆ ਬੜੀਆਂ ਕਰਪਟ ਪਾਰਟੀਆਂ। ਤੁਹਾਡੇ ਸਾਹਮਣੇ ਪਹਿਲਾਂ ਆ ਗਿਆ ਹੋਣਾ ਜਦੋਂ ਪਿੱਛੇ ਇਲੈਕਸ਼ਨ 2017 ਦੀ ਹੋਈ ਹੈ, ਉਸ ਵੇਲੇ ਜੇ ਬਾਦਲ ਸਾਹਿਬ ਹਾਰਨ ਲੱਗੇ ਸੀ ਉੱਥੇ ਜਾ ਕੇ ਕੈਪਟਨ ਖੜ੍ਹ ਗਿਆ, ਜੇ ਸੁਖਬੀਰ ਸਿੰਘ ਬਾਦਲ ਹਾਰਨ ਲੱਗਾ ਉੱਥੇ ਜਾ ਕੇ ਰਵਨੀਤ ਬਿੱਟੂ ਖੜ੍ਹ ਗਿਆ। ਇਹ ਤਾਂ ਆਪਸ ਵਿੱਚ ਹੀ ਰਲੇ ਹੋਏ ਆ, ਇੱਕ ਮੁੱਠ ਆਪਸ ਵਿੱਚ। ਇਹਨਾਂ ਨੇ ਤੀਜੀ ਧਿਰ ਆਉਣ ਨਹੀਂ ਦੇਣੀ। ਤੀਜੀ ਧਿਰ ਲਿਆਉਣ ਦੇ ਲਈ ਸਾਨੂੰ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਤਾਂ ਤੀਜੀ ਧਿਰ ਆ ਕੇ ਤਾਂ ਕਿਤੇ ਪੰਜਾਬ ਦਾ
ਤੇ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ। ਬਹੁਤ ਧੰਨਵਾਦ ਜੀ। ਇਹ ਸਨ ਜ਼ਿਲ੍ਹਾ ਪ੍ਰਧਾਨ ਹਰਪੁਰਾ ਮਹਿਲ ਸਿੰਘ ਜੀ, ਜਿਨ੍ਹਾਂ ਨੇ ਪੇਰੈਂਟਸ ਦਾ ਸਾਥ ਦਿੰਦੇ ਹੋਏ ਨਾਲ ਹੀ ਆਪਣੇ ਰਾਜਨੀਤਿਕ ਵਿਚਾਰ ਵੀ ਦੱਸੇ। ਔਰ ਇੱਥੇ ਹੋਰ ਵੀ ਆਗੂ ਮੌਜੂਦ ਨੇ, ਆਓ ਤੁਹਾਡੀ ਹੋਰ ਵੀ ਗੱਲ ਕਰਾਉਂਦੇ ਹਾਂ। ਇੱਥੇ ਕਮਲਜੀਤ ਸਿੰਘ ਜੀ ਵੀ ਮੌਜੂਦ ਨੇ, ਆਓ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਅੱਜ ਤੁਸੀਂ ਪੇਰੈਂਟਸ ਦਾ ਸਾਥ ਦੇਣ ਲਈ ਪਹੁੰਚੇ ਹੋ, ਕੀ ਕਹੋਗੇ ਜੀ ਇਹਦੇ ਬਾਰੇ? ਬਿਲਕੁਲ ਜੀ, ਪਹਿਲਾਂ ਤਾਂ ਮੈਂ ATC ਨਿਊਜ਼ ਦਾ ਧੰਨਵਾਦ ਕਰਦਾ ਹਾਂ ਕਿ ਮਾਪਿਆਂ ਦੀ ਆਵਾਜ਼ ਬਣ ਕੇ ਤੁਸੀਂ ਆਏ ਹੋ। ਅੱਜ ਇਹ ਜਿਹੜੀ ਨੌਬਤ ਆ ਮਾਪਿਆਂ ਨੂੰ ਇੱਥੇ ਧਰਨੇ ਤੇ ਬੈਠਣ ਦੀ, ਇਹਦੇ ਲਈ ਮਜਬੂਰ ਕੀਤਾ ਇਸ ਸਾਰੇ ਸਿਸਟਮ ਨੇ। ਉਹ ਸਿਸਟਮ ਕਿੰਨੇ ਡਿਵੈਲਪ ਕੀਤਾ? ਸਾਡੀਆਂ ਸਰਕਾਰਾਂ ਨੇ। ਸਰਕਾਰ ਨੇ ਸਾਡਾ ਐਜੂਕੇਸ਼ਨ ਤੰਤਰ ਇਸ ਤਰੀਕੇ ਨਾਲ ਬਰਬਾਦ ਕਰਤਾ ਕਿ ਅੱਜ ਪੋਲੀਟੀਕਲ ਜਿਹੜੀ ਆ ਉਹ ਲੋਕਾਂ ਦੇ ਆਪਣੇ ਸਕੂਲ ਨੇ। ਈਵਨ ਤਾਂ ਅਸੀਂ ਗੱਲ ਕਹੀ ਕਿ ਸਾਡੇ ਜਿਹੜਾ ਰਾਜ ਆ ਇਹਦੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਸਕੂਲ ਨੇ, ਐਂਡ ਇਸ ਤੋਂ ਇਲਾਵਾ ਬਹੁਤ ਸਾਰੇ ਮਿਨਿਸਟਰ ਨੇ ਕੈਬਨਿਟ ਮਿਨਿਸਟਰੀ 'ਚ ਬੈਠੇ ਜਿਨ੍ਹਾਂ ਦੇ ਆਪਣੇ ਸਕੂਲ ਨੇ। ਸੋ ਉਹਨਾਂ ਦਾ ਹੱਥ ਹੈ ਇਹਨਾਂ ਸਾਰੇ ਸਿਸਟਮ ਦੇ ਪਿੱਛੇ। ਤੁਸੀਂ ਦੇਖੋ ਕਿ ਅੱਜ ਤੋਂ 30 ਸਾਲ ਪਹਿਲਾਂ ਕੋਈ ਸ਼ਾਇਦ ਇੱਕਾ ਦੁੱਕਾ ਪ੍ਰਾਈਵੇਟ ਸਕੂਲਾਂ ਦਾ ਹੋ ਵੀ 4ਵੀਂ 5ਵੀਂ ਤੱਕ ਕਿਸੇ ਨੂੰ ਅਫੀਲੀਏਸ਼ਨ ਨਹੀਂ ਸੀ ਮਿਲਦੀ, 10ਵੀਂ ਤੱਕ ਦੀ ਵੀ। ਸੋ ਅੱਜ 30 ਸਾਲ ਬਾਅਦ ਦੇਖੀਏ ਤੇ ਇੱਕ ਪ੍ਰਾਈਵੇਟ ਸਕੂਲਾਂ ਦਾ ਪੂਰੀ ਭਰਮਾਰ ਹੈ, ਇੱਕ ਮਾਫੀਆ ਦੀ ਤਰ੍ਹਾਂ, ਇੱਕ ਨੈਕਸਸ ਦੀ ਤਰ੍ਹਾਂ ਇਹ ਆਏ ਨੇ। ਐਂਡ ਅਸੀਂ ਇਹ ਦੇਖੀਏ ਤੇ ਅੱਜ ਮਾਂ-ਬਾਪ ਮਜਬੂਰ ਨੇ। ਦੇਖੋ ਫੀਸ ਜਿਹੜੀ ਸੀ ਕਦੀ 100 ਰੁਪਈਆ 50 ਰੁਪਈਏ ਹੁੰਦੀ ਸੀ, ਅੱਜ 4-4 5-5 ਹਜ਼ਾਰ ਰੁਪਈਆ ਫੀਸ ਹੈ। ਉਹ ਫੀਸ ਕਾਹਦੇ ਲਈ ਲਈ ਜਾਂਦੀ ਆ? ਸਿਰਫ ਬੱਚਿਆਂ ਨੂੰ ਪੜ੍ਹਾਉਣ ਦੇ ਲਈ। ਜਿਹੜੀ ਸਟਾਫ ਨੂੰ ਤਨਖਾਹਾਂ ਦੇਣੀਆਂ ਹੁੰਦੀਆਂ, ਚਾਹੇ ਉਹ ਟੀਚਿੰਗ ਹੈ ਚਾਹੇ ਨੋਨ ਟੀਚਿੰਗ ਸਟਾਫ ਹੈ, ਜੋ ਬਿਜਲੀ ਪਾਣੀ ਦਾ ਖਰਚਾ ਆਉਂਦਾ ਹੈ, ਸਿਰਫ ਉਹ ਸਾਰੇ ਦਾ ਜੋ ਖਰਚਾ ਹੈ ਉਹਨੂੰ ਕੈਲਕੂਲੇਟ ਕਰਕੇ, ਸੋ ਜਿੰਨੇ ਬੱਚੇ ਪੜ੍ਹਦੇ ਉਹਨਾਂ ਨੂੰ ਡਿਵਾਈਡ ਕਰਕੇ ਉਹਨਾਂ ਦੇ ਹਿੱਸੇ ਦੀ ਜਿਹੜੀ ਬਣਦੀ ਟਿਊਸ਼ਨ ਫੀਸ ਹੁੰਦੀ ਹੈ, ਉਹਨੂੰ ਟਿਊਸ਼ਨ ਫੀਸ ਕਿਹਾ ਜਾਂਦਾ, ਉਹ ਲਈ ਜਾਂਦੀ ਆ। ਪਰ ਅੱਜ ਤੁਸੀਂ ਦੇਖੋ ਐਨੂਅਲ ਚਾਰਜਸ, ਬਿਲਡਿੰਗ ਚਾਰਜਸ, ਡਿਵੈਲਪਮੈਂਟ ਫੰਡ, ਐਕਟੀਵਿਟੀ ਫੰਡ, ਸੋ ਹਰ ਤਰ੍ਹਾਂ ਦੇ ਚਾਰਜ ਜਿਹੜੇ ਨੇ ਉਹ ਐਡ ਕਰਕੇ ਜਦੋਂ ਬੱਚੇ ਕੋਲੋਂ ਲਿਆ ਜਾਂਦਾ। ਤੇ ਅੱਜ ਮੇਰੇ ਖਿਆਲ ਨਾਲ ਕੋਈ ਮਾਂ-ਬਾਪ ਪੈਸਾ ਨਹੀਂ ਹੈ ਜਿਹਨੂੰ ਘੱਟੋ ਘੱਟ ਵੀ 35-40 ਹਜ਼ਾਰ ਤੋਂ ਘੱਟ ਇੱਕ ਬੱਚਾ ਸਾਲ ਦਾ ਪੈਂਦਾ, ਘੱਟੋ ਘੱਟ ਦੀ ਗੱਲ ਕਰਾਂ। ਇਸ ਤੋਂ ਵੀ ਵੱਧ ਕਈ ਨਹੀਂ ਕਮਲ ਜੀ, ਇਹ ਤਾਂ ਗੱਲ ਹੋ ਗਈ। ਚਲੋ ਬਾਕੀਆਂ ਨੇ ਵੀ ਦੱਸਿਆ ਔਰ ਤੁਸੀਂ ਵੀ ਸਾਰੀ ਗੱਲ ਦੱਸੀ ਵੀ ਬਹੁਤ ਵੱਡਾ ਬੋਝ ਜਿਹੜਾ ਉਹ ਬੱਚਿਆਂ ਤੇ ਪੈਂਦਾ ਹੈ ਔਰ ਉਹਨਾਂ ਲਈ ਪੜ੍ਹਾਈ ਕਰਾਉਣੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਕਰੋਨਾ ਦੇ ਹਾਲਾਤਾਂ ਕਰਕੇ ਕੁਝ ਆਰਥਿਕ ਹਾਲਾਤ ਵੈਸੇ ਵੀ ਹਰ ਘਰ ਦੇ ਖਰਾਬ ਨੇ। ਪਰ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਐਜੂਕੇਸ਼ਨ ਬੋਰਡ ਦੇ ਅਧਿਕਾਰੀ ਨੇ ਕ੍ਰਿਸ਼ਨ ਕੁਮਾਰ ਜੀ, ਉਹਨਾਂ ਦੀ ਬਹੁਤ ਹੀ ਜ਼ਿਆਦਾ ਤਾਰੀਫ ਸੁਣਨ ਦੇ ਵਿੱਚ ਮਿਲਦੀ ਆ ਵੀ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਸੁਧਾਰ ਕੀਤਾ। ਔਰ ਜਿਸ ਤਰ੍ਹਾਂ ਕਿ ਪਿੱਛੇ ਐਜੂਕੇਸ਼ਨ ਦੇ ਵਿੱਚ ਪੰਜਾਬ ਦੇ ਸਕੂਲ ਇੱਕ ਬੜੇ ਵੱਡੇ ਸੱਤਰ ਤੇ ਪਹੁੰਚੇ ਨੇ। ਤੇ ਕੀ ਉਸ ਲੈਵਲ ਨਾਲ ਤੁਸੀਂ ਨਹੀਂ ਸਮਝਦੇ ਵੀ ਇਹ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਾਈ ਕਰ ਸਕਦੇ? ਬਿਲਕੁਲ ਐਸੀ ਕੋਈ ਗੱਲ ਨਹੀਂ ਜੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਕਰ ਸਕਦੇ, ਪਰ ਸਿਸਟਮ ਦੇ ਵਿੱਚ ਸਾਡੇ 'ਚ ਹਲੇ ਕਮੀਆਂ ਨੇ। ਕਿਉਂਕਿ ਜਿਹੜਾ ਇੱਕ ਸਕੂਲ ਹੈ ਉਸ ਸਕੂਲ ਦੇ ਵਿੱਚ ਟੀਚਿੰਗ ਫੈਕਲਟੀ ਪੂਰੀ ਨਹੀਂ ਹੈ। ਇੱਕ ਕਲਾਸ ਦੇ ਵਿੱਚ 40 ਬੱਚੇ ਪੜ੍ਹਾਏ ਜਾ ਸਕਦੇ ਨੇ, 40 ਬੱਚਿਆਂ ਪਿੱਛੇ ਇੱਕ ਟੀਚਰ ਹੋਣਾ ਚਾਹੀਦਾ, ਠੀਕ ਹੈ ਜੀ। ਸੋ ਉਹਦੇ ਬੇਸਿਸ ਤੇ ਅਗਰ ਦੇਖਿਆ ਜਾਵੇ ਤੇ ਉੱਥੇ ਟੀਚਿੰਗ ਫੈਕਲਟੀ ਪੂਰੀ ਨਹੀਂ ਆ। ਜਿਹੜੇ ਠੇਕਿਆਂ ਤੇ ਰੱਖੇ ਨੇ ਉਹ ਵੀ ਪੂਰੇ ਨਹੀਂ, ਕਿਉਂਕਿ ਉਹ ਵੀ ਮੋਸਟਲੀ ਧਰਨਿਆਂ ਦੇ ਵਿੱਚ ਲੱਗੇ ਹੁੰਦੇ ਨੇ। ਸੋ ਡਿਊ ਟੂ ਦੈਟ ਇਸ ਕਰਕੇ ਲੋਕਾਂ ਨੂੰ ਮਜਬੂਰ ਹੋਣਾ ਪੈਂਦਾ, ਕਿਉਂਕਿ ਇਹ ਸਿਸਟਮ, ਹੁਣ ਤੁਹਾਨੂੰ ਮੈਂ ਬੜੀ ਕਲੀਅਰ ਗੱਲ ਦੱਸਦਾ ਤੁਹਾਡੇ ਸਵਾਲ ਨੂੰ, ਕਿ ਇਹ ਪ੍ਰਾਈਵੇਟ ਸਕੂਲ ਨਹੀਂ ਹੈ, ਇਹ ਨਿੱਜੀ ਸਕੂਲ ਨਹੀਂ ਹੈ, ਇਹ ਸਮਾਜ ਸੇਵੀ ਸੰਸਥਾਵਾਂ ਨੇ। ਐਂਡ ਇਹ ਸਮਾਜ ਸੇਵੀ ਸੰਸਥਾਵਾਂ ਉਸੇ ਤਰ੍ਹਾਂ ਕੰਮ ਕਰਦੀਆਂ ਨੇ ਜਿੱਦਾਂ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਹੁੰਦਾ। ਸਿਰਫ ਤਾਂ ਸਿਰਫ ਉੱਥੇ ਫੀਸ ਨਹੀਂ ਦਿੱਤੀ ਜਾਂਦੀ, ਇੱਥੇ ਫੀਸ ਦਿੰਦੇ ਆ ਕਿਉਂਕਿ ਟੀਚਰਾਂ ਨੂੰ ਤਨਖਾਹਾਂ ਦੇਣੀਆਂ। ਉੱਥੇ ਸਰਕਾਰ ਤਨਖਾਹ ਦਿੰਦੀ ਆ, ਇੱਥੇ ਟੀਚਰਾਂ ਨੂੰ ਤਨਖਾਹਾਂ ਦੇਣ ਦੀ ਫੀਸ ਦਿੰਦੇ ਆ ਅਸੀਂ। ਸੋ ਤਾਂ ਪਰ ਇੱਥੇ ਕਮਰਸ਼ੀਅਲ ਐਕਟੀਵਿਟੀ ਐਂਡ ਕਮਾਈ ਦਾ 1 ਰੁਪਈਆ ਨਹੀਂ ਕੀਤਾ ਹੈ। ਅਸੀਂ ਕੋਈ ਵੀ ਸਕੂਲ ਚਲਾਉਂਦੇ ਆ, ਇੱਥੋਂ 1 ਰੁਪਈਆ ਵੀ ਇਹ ਮੈਨੇਜਮੈਂਟ ਕਮਾ ਨਹੀਂ ਸਕਦੀ। ਪਰ ਅੱਜ ਤੁਸੀਂ ਦੇਖੋਗੇ ਕਿ ਇੱਥੋਂ ਦੇ ਸਕੂਲਾਂ ਦੇ ਜਿੰਨੇ ਵੀ ਪੰਜਾਬ ਦੇ ਸਕੂਲ ਨੇ, ਚਾਹੇ ਦੇਸ਼ ਦੇ, BMW ਆਡੀ ਗੱਡੀਆਂ ਰੱਖੀਆਂ ਨੇ। ਇੱਕ ਸਕੂਲ ਤੋਂ ਦੂਜੇ ਸਾਲ ਬਾਅਦ 2 ਸਕੂਲ ਹੋ ਜਾਂਦੇ ਨੇ, ਮੁੜ ਕੇ 4 ਸਕੂਲ ਹੋ ਜਾਂਦੇ ਨੇ। ਉਹ ਪੈਸਾ ਕਿੱਥੋਂ ਆ ਰਿਹਾ? ਕਿਹੜਾ ਤਲਿਸਮੀ ਖਜ਼ਾਨਾ ਵਾ ਜਿਹਨੂੰ ਪਾਰਸ ਬਣਾ ਕੇ ਉਹ ਯੂਜ਼ ਕਰਦੇ ਤੇ ਵੇਚਦੇ ਤੋਂ ਬਣਦੇ? ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਾਪਿਆਂ ਦੇ ਦਿੱਤੇ ਹੋਏ ਪੈਸੇ ਜਿਹੜੇ ਨੇ ਉਹਨਾਂ ਤੋਂ ਲੁੱਟ ਕੀਤੀ ਜਾਂਦੀ, ਜਿਹੜੀ ਉਹਦੇ ਨਾਲ ਹੀ ਇਹ ਨਵੇਂ ਸਕੂਲ ਜਿਹੜੇ ਨੇ ਡਿਵੈਲਪ ਕਰਦੇ ਨੇ। ਜਿਸ ਚੀਜ਼ ਨੂੰ ਅਸੀਂ ਰੋਕਣ ਵਾਸਤੇ ਇਹ ਉਪਰਾਲੇ ਕਰ ਰਹੇ ਹਾਂ, ਤਾਂ ਹੀ ਇਹ ਕਿਹਾ ਜਾ ਰਿਹਾ ਕਿ ਜੋ ਬਣਦੀ ਉਹਨਾਂ ਦੀ ਟਿਊਸ਼ਨ ਫੀਸ ਆ ਸਿਰਫ ਉਹ ਲਈ ਜਾਵੇ। ਐਨੂਅਲ ਚਾਰਜਸ ਤੋਂ ਇਲਾਵਾ ਹੋਰ ਜਿੰਨੇ ਵੀ ਆਲਤੂ ਫਾਲਤੂ ਆਰਬਿਟਰੀ ਚਾਰਜਸ ਨੇ ਉਹ ਨਾ ਲਏ ਜਾਣ, ਤਾਂ ਜੋ ਮਾਪੇ ਜਿਹੜੇ ਨੇ ਉਹਨਾਂ ਦਾ ਜਿਹੜਾ ਵਾ ਉਹ ਮੁੱਖ ਇਹਨਾਂ ਤੋਂ ਨਾ ਮੁੜੇ। ਪੜ੍ਹਾਈ ਜਿਹੜੀ ਆ, ਕਿਉਂਕਿ ਵਿੱਦਿਆ ਜਿਹੜੀ ਆ ਉਹ ਚੀਜ਼ ਹੈਗੀ ਆ ਕਿ ਜਿਹਨੂੰ ਚਾਨਣ ਮਨਾਰੇ ਦੇ ਤੌਰ ਤੇ ਕੰਮ ਕਰਦੀ ਹੈ। ਸਮਾਜ ਨੂੰ ਸਿਰਜਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਵਾ ਸੰਸਥਾਵਾਂ ਦਾ, ਸਮਾਜਿਕ ਜਿਹੜੀਆਂ ਵਾ ਸਕੂਲ ਹੁੰਦੇ ਨੇ। ਪਰ ਇਹ ਅੱਜ ਉਹ ਵਿੱਦਿਆ ਨੂੰ ਛੱਡ ਕੇ ਇੱਕ ਕਮਰਸ਼ੀਅਲ ਐਕਟੀਵਿਟੀ ਵਾਸਤੇ, ਕਮਾਈ ਵੱਲ, ਬਿਜ਼ਨਸ ਧੰਦਾ ਇਹਨਾਂ ਨੇ ਬਣਾ ਲਿਆ ਹੈ। ਬਹੁਤ ਧੰਨਵਾਦ ਜੀ। ਇਹ ਸਨ ਲੋਕ ਇਨਸਾਫ ਪਾਰਟੀ ਦੇ ਆਗੂ
ਪਹਿਲਾਂ ਜਿਸ ਤਰ੍ਹਾਂ ਹਰਪੁਰਾ ਮਹਿਲ ਸਿੰਘ ਅਤੇ ਜਰਨੈਲ ਨੰਗਲ ਜੀ ਨੇ ਵੀ ਸਾਰੀ ਗੱਲ ਦੱਸੀ ਵੀ ਇਹ ਪੇਰੈਂਟਸ ਦਾ ਸਾਥ ਦੇਣ ਲਈ ਇੱਥੇ ਆਏ ਨੇ ਔਰ ਇਹਨਾਂ ਨੂੰ ਸਕੂਲ ਵੱਲੋਂ ਦੇ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ 2 ਦਿਨਾਂ ਦੇ ਵਿੱਚ ਇਹ ਤੁਹਾਡੀਆਂ ਮੰਗਾਂ ਦੇ ਬਾਰੇ ਵਿਚਾਰ ਕਰਕੇ ਫੈਸਲਾ ਲਿਆ ਜਾਏਗਾ ਔਰ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਲਿਆ ਜਾਏਗਾ। ਇੱਥੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ ਬੱਚਿਆਂ ਦੀਆਂ ਮਾਤਾਵਾਂ ਵੀ ਖੜੀਆਂ ਨੇ, ਪੇਰੈਂਟਸ ਵੀ ਖੜੇ ਨੇ। ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਵੀ ਇਹ ਜਿਹੜੀਆਂ ਇਹ ਪਰੇਸ਼ਾਨੀਆਂ ਇਹਨਾਂ ਨੂੰ ਆ ਰਹੀਆਂ ਨੇ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ। ਸਰ ਪਹਿਲਾਂ ਤਾਂ ਕਈ ਵਾਰ ਅਸੀਂ ਸਕੂਲ ਦੇ ਵਿੱਚ ਆਏ ਹਾਂ, ਜਿੱਦਾਂ ਇਹਨਾਂ ਨੂੰ ਕਿਹਾ ਸਾਤੋਂ ਟਿਊਸ਼ਨ ਫੀਸ ਲੈ ਲਓ, ਪਰ ਸਰ ਮੰਨੇ ਨਹੀਂ ਹੈਗੇ। ਤੇ ਹੁਣ ਵੀ ਮੈਂ ਇੱਕ ਦਿਨ ਆ ਕੇ ਗਈ ਹਾਂ, ਮੰਨ ਲਓ 15 ਤੋਂ ਧਰਨਾ ਆ, 14 ਤਰੀਕ ਨੂੰ ਮੈਂ ਆ ਕੇ ਗਈ ਹਾਂ। ਮੈਮ ਨੂੰ ਜਦੋਂ ਮੈਂ ਕਿਹਾ ਵੀ ਮੈਮ ਮੇਰੇ ਹਸਬੈਂਡ ਨਹੀਂ ਮੰਨ ਰਹੇ ਪੂਰੀ ਫੀਸ ਦੇਣੇ ਨੂੰ, ਕਿ ਮੈਂ ਫੀਸ ਪੂਰੀ ਨਹੀਂ ਦੇ ਸਕਦੀ ਹੈਗੀ, ਤੇ ਤੁਸੀਂ ਜੋ ਵੀ ਟਿਊਸ਼ਨ ਫੀਸ ਬਣਦੀ, ਮੈਨੂੰ ਮੈਡਮ ਨੇ ਇਹ ਗੱਲ ਕਹੀ ਕਿ ਹਸਬੈਂਡ ਤੁਹਾਡੇ ਮੰਨ ਲਓ ਵੀ ਅਨਪੜ੍ਹ ਆ। ਮੈਂ ਮੈਮ ਨੂੰ ਇੰਨੀ ਗੱਲ ਕਹੀ ਵੀ ਮੈਮ ਹਸਬੈਂਡ ਮੇਰੇ ਅਨਪੜ੍ਹ ਹੁੰਦੇ ਤਾਂ ਜੋਬ ਨਹੀਂ ਸੀ ਕਰਨੀ, ਵੀ ਜੋਬ ਕਿਸੇ ਅਨਪੜ੍ਹ ਨੂੰ ਤੁਸੀਂ ਮਿਲਦੀ ਦੇਖੀ ਆ। ਉਸ ਤੋਂ ਬਾਅਦ ਮੈਂ ਸਰ ਕੋਲ ਗਈ, ਸਰ ਨੇ ਵਧੀਆ ਗੱਲ ਕੀਤੀ ਮੇਰੇ ਨਾਲ ਵੀ ਤੁਸੀਂ ਆਓ ਆਪਾਂ ਬੈਠ ਕੇ ਸਾਰੇ ਮਸਲੇ ਹੱਲ ਕਰਾਂਗੇ। ਸਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਸਾਡੇ ਜੋ ਵੀ ਪੇਰੈਂਟਸ ਐਸੋਸੀਏਸ਼ਨ ਜੋ ਆਪਣੀ ਦੂਸਰੇ ਬਣੀ ਚੁਣੀ ਹੋਈ ਅਸੀਂ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਆ। ਉਹ ਕਹਿੰਦੇ ਸਾਡੇ ਨਾਲ ਕੋਈ ਉਹਨਾਂ ਨੇ ਟੇਬਲ ਟਾਕਿੰਗ ਨਹੀਂ ਕੀਤੀ ਹੈਗੀ। ਸੋ ਹੁਣ ਵੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਤੇ ਜੋ ਵੀ ਤਾਂ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ। ਸਰ ਮੈਂ ਤੁਸੀਂ ਸੱਚ ਮੰਨਿਓ ਆਪਣੇ 2 ਸਾਲ ਦਾ ਬੱਚਾ ਮੈਂ ਆਪਣਾ ਘਰ ਛੱਡ ਕੇ ਸਵੇਰ ਦਾ ਬੱਚਾ ਮੈਂ ਆਪਣਾ ਘਰ ਛੱਡਿਆ ਹੋਇਆ ਹੈ, ਪਰ ਸਾਰੇ ਸਾਡੇ ਕੋਈ ਵੀ ਮੰਗ ਨੂੰ ਜਿੱਦਾਂ ਨਹੀਂ ਮੰਨ ਰਹੇ ਹੈਗੇ। ਅਸੀਂ ਦੁਖੀ ਹੋ ਕੇ ਅੱਕ ਥੱਕ ਕੇ ਇਹਨਾਂ ਤੋਂ ਰਿਕੁਐਸਟ ਵੀ ਇਹਨਾਂ ਨੂੰ ਬਹੁਤ ਕੀਤੀ ਤਾਂ ਅਸੀਂ ਇਕੱਠੇ ਹੋਏ ਹਾਂ ਜੀ। ਮੈਡਮ ਧੰਨਵਾਦ ਜੀ। ਮੈਡਮ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਭੈਣ ਜੀ ਹੋਣਾ ਨੇ ਵੀ ਦੱਸਿਆ ਵੀ ਇਹ ਤੁਹਾਡੇ ਕੋਲੋਂ ਖਰਚੇ ਜ਼ਿਆਦਾ ਲੈ ਰਹੇ ਨੇ ਔਰ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਆਪਣੀ ਮੁਸੀਬਤ ਜਾਂ ਪ੍ਰੋਬਲਮ ਬਾਰੇ ਦੱਸਦੇ ਹੋ ਇਹ ਤੁਹਾਡੀ ਗੱਲ ਨਹੀਂ ਮੰਨਦੇ, ਪਰ ਕੀ ਜਦੋਂ ਤੁਸੀਂ ਬੱਚੇ ਨੂੰ ਇੱਥੇ ਦਾਖਲ ਕਰਾਉਂਦੇ ਹੋ ਤੇ ਉਸ ਵੇਲੇ ਇਹ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀਆਂ ਜਾਂਦੀਆਂ ਜਾਂ ਜੋ ਦੱਸਿਆ ਜਾਂਦਾ ਉਸ ਤੋਂ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਨੇ? ਹਾਂਜੀ, ਫੀਸਾਂ ਦਾ ਤਾਂ ਆਪਾਂ ਨੂੰ ਇਸ ਤਰ੍ਹਾਂ ਇਹ ਦੱਸਦੇ ਆ ਕਿ ਉਦੋਂ ਪਹਿਲਾਂ ਜਦੋਂ ਨਵਾਂ ਸਕੂਲ ਜੁਆਇਨ ਕਰੀਏ ਉਦੋਂ ਮਾਪਿਆਂ ਨੂੰ ਇੰਨੀ ਨਹੀਂ ਹੁੰਦੀ ਨੌਲੇਜ ਕਿ ਵੀ ਇਹ ਸਾਨੂੰ ਜੋ ਟੀਚਰਾਂ ਨੇ ਕਹਿਣਾ ਸਾਡੇ ਲਈ ਉਹ ਸਹੀ ਆ। ਜਦੋਂ ਅਸੀਂ ਇਸ ਕੰਮਾਂ ਦੇ ਰਾਹ ਤੁਰ ਪੈਂਦੇ ਆ ਸਾਨੂੰ ਉਦੋਂ ਪਤਾ ਲੱਗਦਾ ਆ, ਕਿਉਂਕਿ ਕੋਵਿਡ ਦੇ ਆਉਣ ਦੇ ਜ਼ਰੀਏ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਤੋਂ ਵਾਧੂ ਫੀਸਾਂ ਵਸੂਲ ਰਹੇ ਆ, ਕਿ ਜਦ ਕਿ ਸਾਡੇ ਬੱਚਿਆਂ ਦੇ ਸਕੂਲ ਨਹੀਂ ਸੀ ਆਏ ਉਸ ਟਾਈਮ ਦੀ ਫੀਸ ਅਸੀਂ ਨਹੀਂ ਦੇਵਾਂਗੇ, ਉਹ ਅਸੀਂ ਟਿਊਸ਼ਨ ਫੀਸ ਹੀ ਦੇਵਾਂਗੇ। ਕਿਉਂਕਿ ਸਾਡੀ ਜਿਹੜੀ ਹੈ ਪੇਰੈਂਟਸ ਐਸੋਸੀਏਸ਼ਨ ਬਣੀ ਆ, ਉਹਨਾਂ ਦੀ ਇਹ ਸ਼ੁਰੂ ਤੋਂ ਮੰਗ ਹੈ ਕਿ ਤੁਸੀਂ ਸਾਤੋਂ ਆਪਣੇ ਟਿਊਸ਼ਨ ਫੀਸ ਲਓ ਬੱਚਿਆਂ ਦੀ, ਤੇ ਜਿਹੜੇ ਐਨਕੁਅਲ ਖਰਚੇ ਆ, ਜਿਹੜੇ ਫालतू ਖਰਚੇ, ਜੋ ਵੀ ਤੁਹਾਡੀਆਂ ਬਿਲਡਿੰਗਾਂ ਵਗੈਰਾ ਜੋ ਵੀ ਕੁਛ ਆ ਉਹ ਖਰਚੇ ਅਸੀਂ ਨਹੀਂ ਦੇਵਾਂਗੇ। ਕਿਉਂਕਿ ਸਾਡੀ ਇਹੀ ਮੰਗ ਆ ਕਿ ਜੋ ਬਾਕੀ ਸਾਡਾ ਹੁਣ ਜਿਹੜਾ ਲਿਖਤੀ ਰੂਪ ਵਿੱਚ ਚੱਲ ਗਿਆ ਉਹਨਾਂ ਡਿਮਾਂਡ ਉਹਨਾਂ ਨੂੰ ਉਹ ਧਿਆਨ 'ਚ ਰੱਖਦੇ ਹੋਏ ਸਾਡੀਆਂ ਮੰਗਾਂ ਸੁਣਨ। ਨਹੀਂ, ਜਿਸ ਤਰ੍ਹਾਂ ਕਿ ਕੋਵਿਡ ਦੇ ਦੌਰਾਨ ਸਕੂਲ ਨਹੀਂ ਲੱਗੇ ਔਰ ਬੱਚੇ ਇੱਥੇ ਆਏ ਨਹੀਂ, ਜਿੱਦਾਂ ਬੱਸ ਵਗੈਰਾ ਵੀ ਨਹੀਂ, ਕੀ ਬੱਸ ਵਗੈਰਾ ਦੇ ਵੀ ਖਰਚੇ ਪਾਏ ਗਏ ਨੇ? ਹਾਂਜੀ, ਸਾਰਾ ਖਰਚਾ ਪਾਉਂਦੇ ਆ, ਬੱਸ ਵਗੈਰਾ ਦਾ ਵੀ ਪਾਉਂਦੇ ਆ, ਬਾਕੀ ਜੋ ਉਹਨਾਂ ਦੀਆਂ ਬਿਲਡਿੰਗਾਂ ਦਾ ਖਰਚਾ, ਜੋ ਉਹਨਾਂ ਦੇ ਸਾਰੇ ਸਾਲ ਦੇ ਖਰਚੇ ਆ ਉਹ ਵੀ ਪਾਉਂਦੇ ਆ। ਅਸੀਂ ਇਹ ਵੀ ਕਹਿ ਰਹੇ ਹਾਂ ਤੁਸੀਂ ਸਭ ਤੋਂ ਟਿਊਸ਼ਨ ਫੀਸ ਲਓ, ਉਹ ਕਹਿੰਦੇ ਸਾਡਾ ਟਿਊਸ਼ਨ ਫੀਸ ਲੈ ਕੇ ਗੁਜ਼ਾਰਾ ਨਹੀਂ ਹੈਗਾ, ਸਾਡੇ ਖਰਚੇ ਨਹੀਂ ਪੂਰੇ ਹੁੰਦੇ। ਬਹੁਤ ਧੰਨਵਾਦ ਜੀ। ਇਹ ਸਨ ਪੇਰੈਂਟਸ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ, ਜਿਨ੍ਹਾਂ ਨੇ ਕੀ ਦੱਸਿਆ ਕਿ ਇਹ ਜੋ ਖਰਚੇ ਸਾਡੇ 'ਤੇ ਨਜਾਇਜ਼ ਪਾਏ ਗਏ ਨੇ ਉਹ ਜਿੰਨਾ ਚਿਰ ਵਾਪਸ ਨਹੀਂ ਲਏ ਜਾਂਦੇ ਅਸੀਂ ਸੰਘਰਸ਼ ਕਰਦੇ ਰਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ATC ਨਿਊਜ਼। ਜਿਸ ਤਰ੍ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ ਪੇਰੈਂਟਸ ਵੱਲੋਂ ਅਤੇ ਸਮਾਜ ਸੇਵਕਾਂ ਵੱਲੋਂ ਅਤੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਇੱਥੇ ਇੱਕ ਧਰਨਾ ਮਾਰਿਆ ਗਿਆ ਸੀ ਵੀ ਕੁਝ ਉਹਨਾਂ ਦੀਆਂ ਡਿਮਾਂਡਾਂ ਸੀ। ਜਿਸ ਤਰ੍ਹਾਂ ਕਿ ਉਹਨਾਂ ਦਾ ਕਹਿਣਾ ਸੀਗਾ ਵੀ ਜਿਹੜੇ ਬੱਚਿਆਂ ਕੋਲੋਂ ਨਜਾਇਜ਼ ਖਰਚੇ ਲਏ ਜਾ ਰਹੇ ਨੇ ਉਹਦੇ ਬਾਰੇ ਇੱਥੇ ਪ੍ਰਿੰਸੀਪਲ ਸਾਹਿਬ ਮੌਜੂਦ ਨੇ ਅਕੈਡਮੀ ਦੇ, ਇਹਨਾਂ ਨਾਲ ਗੱਲ ਕਰਦੇ ਹਾਂ ਬਈ ਇਹਨਾਂ ਦਾ ਕੀ ਕਹਿਣਾ ਔਰ ਇਹਨਾਂ ਨੇ ਕੀ ਆਸ਼ਵਾਸਨ ਦਿੱਤਾ ਉਹ ਹੜਤਾਲ ਆਪਣਾ ਰੋਸ ਮੁਜ਼ਾਹਰਾ ਕਰਨ ਵਾਲਿਆਂ ਨੂੰ। ਆਸ਼ਵਾਸਨ ਦੇ ਵਿੱਚ ਜੋ ਵੀ ਮੰਗ ਪੱਤਰ ਦਿੱਤਾ ਗਿਆ ਹੈ ਉਸ ਮੰਗ ਪੱਤਰ ਦੇ ਉੱਤੇ ਅਸੀਂ ਆਪਣੀ ਮੈਨੇਜਮੈਂਟ ਕਮੇਟੀ ਨਾਲ ਸਲਾਹ ਕਰਾਂਗੇ, ਡਿਸਕਸ਼ਨ ਹੋਏਗੀ, ਉਸ ਤੋਂ ਬਾਅਦ ਵਿੱਚ ਜੋ ਵੀ ਫੈਸਲਾ ਹੋਏਗਾ ਦੱਸਿਆ ਜਾਵੇਗਾ। ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਇਹਨਾਂ ਨੇ ਡਿਮਾਂਡਾਂ ਕੀਤੀਆਂ ਨੇ ਤੇ ਜੇ ਉਹ ਡਿਮਾਂਡਾਂ ਤੁਹਾਨੂੰ ਅਨੁਕੂਲ ਨਹੀਂ ਲੱਗਦੀਆਂ ਤਾਂ ਫਿਰ ਤੁਹਾਡਾ ਕੀ ਫੈਸਲਾ ਹੋਏਗਾ? ਉਹ ਫੈਸਲਾ ਸਰ ਸੋਚ ਕੇ ਦੱਸਾਂਗੇ ਨਾ, ਹੁਣ ਐਟ ਦਾ ਸਪੌਟ ਆਈ ਕਾਂਟ ਟੈਲ ਯੂ, ਸੋਚ ਵਿਚਾਰ ਕਰਕੇ ਜੋ ਫੈਸਲਾ ਹੋਏਗਾ ਦੱਸਿਆ ਜਾਏਗਾ। ਓਕੇ, ਧੰਨਵਾਦ ਜੀ। ਇਹ ਸਨ ਪ੍ਰਿੰਸੀਪਲ ਜਿਨ੍ਹਾਂ ਨੇ ਦੱਸਿਆ ਕਿ ਜੋ ਵੀ ਇਹਨਾਂ ਨੇ ਮੰਗਾਂ ਕੀਤੀਆਂ ਨੇ ਉਹਨਾਂ ਬਾਰੇ ਸੋਚ ਵਿਚਾਰ ਕਰਕੇ ਫੈਸਲਾ ਦੱਸਿਆ ਜਾਵੇਗਾ। ਨਰਿੰਦਰ ਮਾਹੀ ਦੇ ਨਾਲ ਮੈਂ ਮਨਜਿੰਦਰ ਸਿੰਘ, ਤੁਸੀਂ ਦੇਖਦੇ ਰਹੋ ATC ਨਿਊਜ਼।